ਇਹ ਕਹਾਣੀ ਮੇਰੀ ਸਹੇਲੀ ਦੀ ਹੈ। ਉਸਨੇ ਦੱਸਿਆ ਕਿ ਮੇਰੇ ਸਰੀਰ ਦੇ ਉੱਤੇ ਐਲਰਜੀ ਹੋ ਗਈ। ਡਾਕਟਰ ਨੇ ਉਸਨੂੰ ਇੱਕ ਦਵਾਈ ਦਿੱਤੀ ਜਿਸ ਨੂੰ ਸਾਰੇ ਸਰੀਰ 'ਤੇ ਲਾਉਣਾ ਹੁੰਦਾ ਸੀ। ਤੇ ਅਜੀਬ ਗੱਲ ਇਹ ਹੋਈ ਕਿ ਮੇਰਾ ਸਹੁਰਾ ਉਸ ਦਿਨ ਤੋਂ ਹੀ ਮੇਰੇ ਕਮਰੇ ਵਿੱਚ ਆਪਣਾ ਫ਼ੋਨ ਚਾਰਜ 'ਤੇ ਲਾਉਣ ਲੱਗਾ। ਜਦੋਂ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਮੋਬਾਈਲ ਚਾਰਜ 'ਤੇ ਲਾਉਣ ਦਿੰਦਾ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਕੋਈ ਕੰਮ ਕਰ ਰਹੀ ਸੀ। ਜਦੋਂ ਮੇਰਾ ਸਹੁਰਾ ਫ਼ੋਨ ਚਾਰਜ 'ਤੇ ਲਾਉਣ ਆਇਆ, ਮੈਂ ਪੁੱਛ ਲਿਆ ਕਿ ਤੁਸੀਂ ਆਪਣੇ ਕਮਰੇ ਵਿੱਚ ਕਿਉਂ ਨਹੀਂ ਲਾਉਂਦੇ? ਤਾਂ ਮੈਨੂੰ ਗੁੱਸੇ ਵਿੱਚ ਬੋਲਣ ਲੱਗੇ ਕਿ ਤੂੰ ਆਪਣਾ ਕੰਮ ਕਰ। ਉਹਨਾਂ ਨੂੰ ਇਹ ਗੱਲ ਕਹੀ ਤਾਂ ਉਹਨਾਂ ਦਾ ਰੰਗ ਫਿੱਕਾ ਪੈ ਗਿਆ। ਉਹ ਮੇਰੇ ਕਮਰੇ ਵਿੱਚ ਫ਼ੋਨ ਚਾਰਜ 'ਤੇ ਲਾ ਕੇ ਚਲੇ ਗਏ। ਮੈਂ ਵੀ ਆਪਣਾ ਕੰਮ ਖਤਮ ਕਰਕੇ ਇੱਕ ਨਾਈਟ ਸੂਟ ਕੱਢਿਆ ਤੇ ਬਾਥਰੂਮ ਵਿੱਚ ਬਦਲਣ ਲਈ ਚਲੀ ਗਈ। ਮੈਂ ਕੱਪੜੇ ਬਦਲ ਕੇ ਬਾਥਰੂਮ ਵਿੱਚੋਂ ਬਾਹਰ ਆਈ। ਚਾਹ ਲਈ ਆਵਾਜ਼ ਆਈ। ਮੈਂ ਰਸੋਈ ਵਿੱਚ ਚਲੀ ਗਈ। ਸਾਰਿਆਂ ਲਈ ਚਾਹ ਬਣਾਈ ਅਤੇ ਕੱਪਾਂ ਵਿੱਚ ਪਾ ਕੇ ਸਭ ਨੂੰ ਦਿੱਤੀ। ਦਿਲ ਵਿੱਚ ਮੇਰੇ ਸਹੁਰੇ ਦੀ ਕਹੀ ਗੱਲ ਮੇਰੇ ਅੰਦਰ ਚੁੱਭ ਰਹੀ ਸੀ। ਸਭ ਨੂੰ ਚਾਹ ਦੇ ਕੇ ਮੈਂ ਵੀ ਉੱਥੇ ਹੀ ਬੈਠ ਗਈ। ਮੈਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਮੇਰੇ ਸਹੁਰੇ ਨੇ ਮੇਰੀ ਬਣਾਈ ਚਾਹ ਦੀ ਤਾਰੀਫ਼ ਕੀਤੀ। ਥੋੜ੍ਹੀ ਦੇਰ ਪਹਿਲਾਂ ਮੇਰੇ ਨਾਲ ਬੜੀ ਅਜੀਬ ਤਰ੍ਹਾਂ ਗੱਲ ਕਰ ਰਹੇ ਸਨ। ਸਭ ਨੇ ਚਾਹ ਪੀਤੀ ਤੇ ਆਪਣੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ। ਮੈਂ ਵੀ ਰਸੋਈ ਵਿੱਚ ਕੱਪ ਰੱਖ ਕੇ ਆਪਣੇ ਕਮਰੇ ਵਿੱਚ ਗਈ ਤਾਂ ਫ਼ੋਨ ਮੇਰੇ ਕਮਰੇ ਵਿੱਚ ਸੀ। ਮੈਂ ਸੋਚ ਰਹੀ ਸੀ ਕਿ ਪਾਪਾ ਇੱਕਦਮ ਕਿੱਦਾਂ ਬਦਲ ਗਏ। ਮੈਨੂੰ ਉਹਨਾਂ 'ਤੇ ਸ਼ੱਕ ਹੋ ਰਿਹਾ ਸੀ। ਫਿਰ ਮੈਂ ਸੋਚਿਆ ਕਿ ਪਾਪਾ ਨੂੰ ਲੱਗਿਆ ਹੋਣਾ ਕਿ ਕਿਤੇ ਮੈਂ ਇਹ ਗੱਲ ਆਪਣੇ ਘਰ ਵਾਲੇ ਨਾਲ ਨਾ ਕਰ ਦੇਵਾਂ। ਪਰ ਮੈਂ ਸੋਚਿਆ ਕੋਈ ਨਹੀਂ, ਉਹ ਮੇਰੇ ਵੀ ਮਾਂ ਪਾਪਾ ਨੇ, ਕੋਈ ਗੱਲ ਨਹੀਂ, ਹੋ ਜਾਂਦਾ ਕਦੀ ਕਦੀ। ਮੈਂ ਆਪਣੇ ਆਪ ਨੂੰ ਸਮਝਾ ਰਹੀ ਸੀ। ਮੇਰੇ ਦਿਲ ਵਿੱਚ ਹਾਲੇ ਵੀ ਇਹੋ ਹੋ ਰਿਹਾ ਸੀ। ਮੈਂ ਸੋਫੇ 'ਤੇ ਬੈਠੀ ਸੀ। ਮੈਂ ਫ਼ੋਨ ਚੁੱਕਣ ਲੱਗੀ। ਇੱਕਦਮ ਭਾਂਡੇ ਗਿਰਨ ਦੀ ਆਵਾਜ਼ ਆਈ। ਮੈਂ ਡਰ ਗਈ। ਮੇਰਾ ਘਰ ਵਾਲਾ ਨੀਂਦ ਵਿੱਚੋਂ ਉੱਠ ਕੇ ਬਾਹਰ ਗਿਆ। ਕਹਿਣ ਲੱਗੇ ਕਿ ਬਿੱਲੀ ਸੀ ਤੇ ਦਰਵਾਜ਼ੇ ਦੀ ਕੁੰਡੀ ਲਾ ਕੇ ਮੇਰਾ ਘਰ ਵਾਲਾ ਬੈੱਡ 'ਤੇ ਪੈ ਗਿਆ ਤੇ ਮੈਨੂੰ ਕਹਿਣ ਲੱਗੇ ਕਿ ਤੂੰ ਵੀ ਸੌਂ ਜਾ। ਮੈਂ ਫਿਰ ਇੱਕ ਵਾਰੀ ਦਰਵਾਜ਼ੇ ਦੀ ਕੁੰਡੀ ਚੈੱਕ ਕੀਤੀ ਤੇ ਸੋਫੇ 'ਤੇ ਜਾ ਕੇ ਪੈ ਗਈ। ਮੈਨੂੰ ਮੇਰੇ ਘਰ ਵਾਲੇ ਨੇ ਕਿਹਾ ਕਿ ਤੂੰ ਇੱਥੇ ਬੈੱਡ 'ਤੇ ਪੈ ਜਾ। ਮੈਂ ਕਿਹਾ ਕਿ ਮੈਂ ਇੱਥੇ ਹੀ ਠੀਕ ਹਾਂ। ਮੈਂ ਨਹੀਂ ਚਾਹੁੰਦੀ ਕਿ ਤੁਹਾਨੂੰ ਵੀ ਐਲਰਜੀ ਹੋ ਜਾਵੇ। ਮੈਨੂੰ ਸੋਫੇ 'ਤੇ ਹੀ ਨੀਂਦ ਆ ਗਈ। ਜਦੋਂ ਸਵੇਰ ਹੋਈ, ਮੇਰਾ ਸਹੁਰਾ ਦਰਵਾਜ਼ਾ ਖੜਕਾ ਰਿਹਾ ਸੀ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਜਲਦੀ ਨਾਲ ਅੰਦਰ ਆਏ ਜਿਵੇਂ ਬਹੁਤੀ ਹੀ ਕਾਹਲੀ ਹੋਵੇ। ਆਪਣਾ ਫ਼ੋਨ ਲੈ ਕੇ ਉਹ ਕੋਠੇ 'ਤੇ ਚੜ੍ਹ ਗਏ। ਮੈਂ ਕਿਹਾ ਕਿ ਪਹਿਲਾਂ ਨਾਸ਼ਤਾ ਕਰ ਲਓ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ। ਐਨੀ ਸਵੇਰ ਕੌਣ ਕੋਠੇ 'ਤੇ ਜਾਂਦਾ? ਸਭ ਨੇ ਨਾਸ਼ਤਾ ਕਰ ਲਿਆ ਪਰ ਮੇਰਾ ਸਹੁਰਾ ਹਾਲੇ ਵੀ ਥੱਲੇ ਨਹੀਂ ਸੀ ਆਇਆ। ਮੇਰੀ ਸੱਸ ਨੇ ਬਹੁਤ ਆਵਾਜ਼ ਦਿੱਤੀ ਪਰ ਪਾਪਾ ਨਹੀਂ ਬੋਲੇ। 1 ਘੰਟੇ ਤੋਂ ਜ਼ਿਆਦਾ ਹੋ ਗਿਆ ਸੀ। ਮੈਂ ਨਾਸ਼ਤਾ ਫੇਰ ਗਰਮ ਕੀਤਾ ਤੇ ਆਪਣੀ ਸੱਸ ਨੂੰ ਕਿਹਾ, ਮੰਮੀ ਜੀ ਮੈਂ ਬੁਲਾ ਕੇ ਲੈ ਆਉਂਦੀ ਹਾਂ। ਕਿਤੇ ਗਈ। ਮੇਰਾ ਸਹੁਰਾ ਇੱਕ ਕੋਨੇ ਵਿੱਚ ਕੁਰਸੀ 'ਤੇ ਬੈਠਾ ਸੀ। ਉਹਨਾਂ ਨੂੰ ਪਤਾ ਨਾ ਲੱਗਾ ਕਿ ਮੈਂ ਉੱਪਰ ਆਈ ਹਾਂ। ਫਿਰ ਮੈਂ ਕੋਲ ਜਾ ਕੇ ਕਿਹਾ, ਪਾਪਾ। ਉਹਨਾਂ ਦੇ ਹੱਥ ਵਿੱਚੋਂ ਫ਼ੋਨ ਗਿਰ ਗਿਆ ਤੇ ਰੰਗ ਫਿੱਕਾ ਪੈ ਗਿਆ। ਕਹਿਣ ਲੱਗੇ, ਚੈਨ ਨਹੀਂ ਤੈਨੂੰ? ਸਾਰਾ ਦਿਨ ਅੱਗੇ ਪਿੱਛੇ ਫਿਰੀ ਜਾਂਦੀ ਹੈ। ਮੇਰਾ ਘਰ ਹੈ, ਜਿੱਥੇ ਮਰਜ਼ੀ ਬੈਠਾਂ। ਰੋਣਾ ਆ ਰਿਹਾ ਸੀ। ਉਹਨਾਂ ਦੇ ਇਸ ਵਰਤਾਵ ਤੋਂ ਮੈਂ ਪਰੇਸ਼ਾਨ ਸੀ। ਮੈਂ ਨੀਚੇ ਆਈ, ਬਾਥਰੂਮ ਵਿੱਚ ਜਾ ਕੇ ਆਪਣਾ ਮੂੰਹ ਧੋਤਾ ਤੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਆਪਣੇ ਸਹੁਰੇ ਦੇ ਕਿਸੇ ਕੰਮ ਵਿੱਚ ਦਖਲ ਨਹੀਂ ਦੇਣਾ। ਹੁਣ ਉਹ ਨਾਸ਼ਤੇ ਲਈ ਆਵਾਜ਼ਾਂ ਦੇ ਰਹੇ ਸਨ। ਮੇਰੀ ਸੱਸ ਨੂੰ ਪੌੜੀਆਂ ਚੜ੍ਹਨੀਆਂ ਔਖੀਆਂ ਸਨ। ਮੈਂ ਦੇ ਆਉਂਦੀ ਹਾਂ ਮੰਮੀ। ਮੰਮੀ ਕਹਿਣ ਲੱਗੇ, ਗੁੱਸੇ ਵਿੱਚ ਲੱਗਦੇ ਆ। ਮੈਂ ਹੀ ਦੇ ਆਉਂਦੀ ਹਾਂ, ਤੂੰ ਰਹਿਣ ਦੇ, ਤੈਨੂੰ ਕੁਝ ਕਹਿ ਨਾ ਦੇਣ। ਕੁਝ ਸਮੇਂ ਬਾਅਦ ਮੇਰੀ ਸੱਸ ਨੀਚੇ ਆਈ, ਮੇਰੇ ਵੱਲ ਮੁਸਕਰਾਈ। ਮੈਂ ਵੀ ਉਹਨਾਂ ਵੱਲ ਮੁਸਕਰਾਈ। ਕਈ ਵਾਰੀ ਮੈਨੂੰ ਲੱਗਦਾ ਸੀ ਕਿ ਉਹ ਮੇਰੇ ਤੋਂ ਕੁਝ ਲੁਕਾ ਰਹੀ ਹੈ। ਫਿਰ ਮੈਂ ਆਪਣੇ ਕੰਮ ਵਿੱਚ ਲੱਗ ਗਈ। ਕੰਮ ਕਰਨ ਤੋਂ ਬਾਅਦ ਮੈਂ ਕੱਪੜੇ ਧੋਏ ਤੇ ਬਾਲਟੀ ਵਿੱਚ ਪਾ ਕੇ ਕੋਠੇ 'ਤੇ ਚਲੀ ਗਈ। ਪਰ ਮੇਰਾ ਸਹੁਰਾ ਹਾਲੇ ਉੱਥੇ ਹੀ ਸੀ। ਇਸ ਲਈ ਮੈਂ ਬਾਲਟੀ ਪੌੜੀਆਂ ਵਿੱਚ ਰੱਖ ਕੇ ਨੀਚੇ ਆ ਗਈ। ਬੈਲ ਵੱਜੀ। ਮੈਂ ਦਰਵਾਜ਼ਾ ਖੋਲ੍ਹਿਆ। ਉਹ ਅੰਦਰ ਆਏ। ਮੈਂ ਵੀ ਪਿੱਛੇ ਹੀ ਸੀ। ਮੇਰੇ ਘਰ ਵਾਲੇ ਨੇ ਕਿਹਾ ਕਿ ਕੱਪੜੇ ਵਾਲਾ ਟੱਬ ਇੱਥੇ ਕਿਉਂ ਪਿਆ ਹੈ? ਭਾਰਾ ਹੈ। ਮੇਰੇ ਘਰ ਵਾਲੇ ਨੇ ਕਿਹਾ, ਮੈਂ ਕੱਪੜੇ ਬਦਲ ਕੇ ਆਉਂਦਾ ਹਾਂ, ਫਿਰ ਆਪਾਂ ਦੋਨੋਂ ਕੋਠੇ 'ਤੇ ਕੱਪੜੇ ਪਾ ਆਉਂਦੇ ਹਾਂ। ਮੈਂ ਉਹਨਾਂ ਦਾ ਇੰਤਜ਼ਾਰ ਆਪਣੀ ਸੱਸ ਕੋਲ ਬੈਠ ਕੇ ਕਰਨ ਲੱਗੀ। ਮੇਰਾ ਘਰ ਵਾਲਾ ਕੱਪੜੇ ਬਦਲ ਕੇ ਬਾਹਰ ਆਏ। ਅਸੀਂ ਕੋਠੇ 'ਤੇ ਜਾਣ ਲੱਗੇ। ਕਿਹਾ ਕਿ ਪੁੱਤ ਪਹਿਲਾਂ ਕੁਝ ਖਾ ਲੈਂਦਾ। ਉਹਨਾਂ ਨੇ ਮਨਾ ਕਰ ਦਿੱਤਾ। ਮੈਂ ਵੀ ਪਿੱਛੇ ਪਿੱਛੇ ਪੌੜੀਆਂ ਚੜ੍ਹ ਰਹੀ ਸੀ। ਮੇਰਾ ਘਰ ਵਾਲਾ ਮੇਰੇ ਸਹੁਰੇ ਨੂੰ ਕੋਠੇ 'ਤੇ ਵੇਖ ਕੇ ਹੈਰਾਨ ਹੋ ਗਿਆ।
ਉਹ ਉਹਨਾਂ ਦੇ ਕੋਲ ਜਾ ਕੇ ਬੈਠਾ ਤੇ ਇੰਨੇ ਵਿੱਚ ਹੀ ਮੇਰਾ ਸਹੁਰਾ ਚੌਂਕ ਗਿਆ। ਰਾਤ ਹੋ ਗਈ। ਮੇਰੇ ਘਰ ਵਾਲੇ ਨੇ ਕਿਹਾ ਕਿ ਤੁਸੀਂ ਸਵੇਰ ਦੇ ਥੱਲੇ ਨਹੀਂ ਆਏ, ਤਾਂ ਗੁੱਸੇ ਵਿੱਚ ਬੋਲੇ, ਮੈਂ ਕੋਈ ਪਾਗਲ ਹਾਂ ਵੀ ਧੁੱਪ ਵਿੱਚ ਬੈਠਾਂਗਾ, ਹੁਣੀ ਆਇਆ ਥੋੜ੍ਹੀ ਦੇਰ ਪਹਿਲਾਂ। ਮੈਂ ਕਿਹਾ ਕਿ ਤੁਸੀਂ ਚੱਲੋ, ਮੈਂ ਵੀ ਆਉਂਦੀ ਹਾਂ, ਕੱਪੜੇ ਸੁੱਕਣੇ ਪਾ ਦੇਵਾਂ। ਮੇਰਾ ਸਹੁਰਾ ਜਾਂਦੇ ਜਾਂਦੇ ਰੁਕ ਗਿਆ ਤੇ ਪੁੱਛਣ ਲੱਗਾ ਕਿ ਬੇਟਾ ਦਵਾਈ ਲਾ ਰਹੀ ਹੈ? ਮੈਂ ਕਿਹਾ ਹਾਂਜੀ ਲਾ ਰਹੀ ਹਾਂ। ਫਿਰ ਉਹ ਨੀਚੇ ਚਲੇ ਗਏ, ਮੈਂ ਵੀ ਥੱਲੇ ਆਈ। ਸਾਰੇ ਜਣੇ ਮੇਰਾ ਖਾਣੇ 'ਤੇ ਵੇਟ ਕਰ ਰਹੇ ਸੀ। ਮੈਂ ਕਿਹਾ ਕਿ ਮੰਮੀ ਤੁਸੀਂ ਕਿਉਂ ਖਾਣਾ ਲਾਇਆ? ਮੇਰੀ ਸੱਸ ਨੇ ਕਿਹਾ ਕਿ ਤੂੰ ਸਾਰੇ ਦਿਨ ਦੀ ਕੰਮ ਕਰ ਰਹੀ ਹੈ। ਮੈਨੂੰ ਦਿਲ ਵਿੱਚ ਆਪਣੇ ਸਹੁਰੇ ਦਾ ਵਰਤਾਵ ਅਜੀਬ ਲੱਗ ਰਿਹਾ ਸੀ। ਮੈਂ ਸਾਰਾ ਕੰਮ ਖਤਮ ਕਰਕੇ ਆਪਣੇ ਕਮਰੇ ਵਿੱਚ ਆਈ ਤੇ ਮੇਰਾ ਸਹੁਰਾ ਵੀ ਮੇਰੇ ਕਮਰੇ ਵਿੱਚ ਆਇਆ ਅਤੇ ਫ਼ੋਨ ਚਾਰਜ 'ਤੇ ਲਾ ਕੇ ਚਲੇ ਗਏ। ਅਲਮਾਰੀ ਵਿੱਚੋਂ ਲੈ ਕੇ ਬਾਥਰੂਮ ਵਿੱਚ ਗਈ ਅਤੇ ਕੱਪੜੇ ਬਦਲ ਕੇ ਬਾਹਰ ਆਈ ਤਾਂ ਮੇਰਾ ਸਹੁਰਾ ਜਾ ਚੁੱਕਾ ਸੀ। ਜਦੋਂ ਮੈਂ ਸੋਫੇ 'ਤੇ ਬੈਠੀ ਤਾਂ ਮੇਰੇ ਸਹੁਰੇ ਦੇ ਫ਼ੋਨ ਦੀ ਘੰਟੀ ਵੱਜਣ ਲੱਗੀ। ਮੈਂ ਆਪਣੇ ਸਹੁਰੇ ਨੂੰ ਆਵਾਜ਼ ਲਾਈ, ਪਾਪਾ ਤੁਹਾਡਾ ਫ਼ੋਨ ਆਇਆ ਹੈ। ਹੈਰਾਨੀ ਨਾਲ ਉਹਨਾਂ ਵੱਲ ਦੇਖਿਆ। ਉਹ ਫ਼ੋਨ ਅਟੈਂਡ ਕਰਕੇ ਗੱਲ ਕਰਨ ਲੱਗੇ ਤੇ ਮੇਰੇ ਵੱਲ ਘੂਰ-ਘੂਰ ਕੇ ਦੇਖਣ ਲੱਗੇ। ਮੈਂ ਬਾਹਰ ਜਾ ਕੇ ਗਾਰਡਨ ਵਿੱਚ ਬੈਠ ਗਈ, ਪਰ ਮੈਂ ਬਾਰ-ਬਾਰ ਮੇਰੇ ਸਹੁਰੇ ਦੇ ਵਰਤਾਵ ਬਾਰੇ ਸੋਚ ਰਹੀ ਸੀ, ਜੋ ਕਿ ਪਲ-ਪਲ ਬਦਲਦਾ ਜਾ ਰਿਹਾ ਸੀ। ਮੈਨੂੰ ਉਹਨਾਂ ਦੀਆਂ ਹਰਕਤਾਂ ਅਜੀਬ ਲੱਗ ਰਹੀਆਂ ਸਨ। ਅਗਲੀ ਸਵੇਰ ਪਾਪਾ ਆਪਣਾ ਫ਼ੋਨ ਲੈਣ ਕਮਰੇ ਵਿੱਚ ਆਏ ਤੇ ਕੋਠੇ 'ਤੇ ਚਲੇ ਗਏ। ਮੇਰੀ ਸੱਸ ਨੇ ਕਿਹਾ ਕਿ ਨਾਸ਼ਤਾ ਤਾਂ ਕਰ ਲਓ। ਉਹਨਾਂ ਕਿਹਾ 5 ਮਿੰਟ। ਫਿਰ ਮੇਰੇ ਘਰ ਵਾਲੇ ਨੇ ਵੀ ਆਵਾਜ਼ ਲਾਈ ਕਿ ਪਾਪਾ ਨਾਸ਼ਤਾ ਕਰ ਲਓ। ਉਹਨਾਂ ਉੱਪਰ ਤੋਂ ਹੀ ਕਿਹਾ ਕਿ ਤੂੰ ਕਰਕੇ ਜਾ। ਮੇਰੇ ਘਰ ਵਾਲੇ ਨੂੰ ਗਏ ਵੀ 1 ਘੰਟਾ ਹੋ ਗਿਆ ਸੀ। ਪਾਪਾ ਹਾਲੇ ਤੱਕ ਨੀਚੇ ਨਹੀਂ ਸੀ ਆਏ। ਫਿਰ ਉਹਨਾਂ ਮੇਰੀ ਸੱਸ ਨੂੰ ਕਿਹਾ ਕਿ ਮੇਰਾ ਨਾਸ਼ਤਾ ਉੱਪਰ ਹੀ ਦੇ ਜਾ। ਮੇਰੀ ਸੱਸ ਉੱਪਰ ਨਾਸ਼ਤਾ ਦੇ ਕੇ ਆਈ। ਏਦਾਂ ਹੀ ਸ਼ਾਮ ਹੋ ਗਈ। ਅਸੀਂ ਸਭ ਨੇ ਡਿਨਰ ਕੀਤਾ ਤੇ ਮੈਂ ਆਪਣੇ ਕਮਰੇ ਵਿੱਚ ਆਈ। ਮੇਰਾ ਸਹੁਰਾ ਵੀ ਮੇਰੇ ਪਿੱਛੇ ਆ ਗਿਆ। ਅੱਜ ਹਿੰਮਤ ਕਰਕੇ ਮੈਂ ਕਹਿ ਦਿੱਤਾ ਕਿ ਪਾਪਾ ਤੁਹਾਡੇ ਕਮਰੇ ਦਾ ਬੋਰਡ ਕੱਲ੍ਹ ਠੀਕ ਕਰਵਾ ਦਿੰਦੇ ਆ, ਇਹਨਾਂ ਨੂੰ ਛੁੱਟੀ ਹੈ। ਇੰਨੇ ਵਿੱਚ ਹੀ ਉਹ ਮੇਰੇ ਘਰ ਵਾਲੇ ਨੂੰ ਆਵਾਜ਼ ਦੇਣ ਲੱਗੇ ਕਿ ਦੇਖ ਤੇਰੀ ਘਰਵਾਲੀ ਮੈਨੂੰ ਕੀ ਕਹਿ ਰਹੀ ਹੈ। ਮੇਰਾ ਘਰ ਵਾਲਾ ਆਇਆ ਤੇ ਮੇਰੇ ਵੱਲ ਦੇਖਿਆ। ਮੈਂ ਕਿਹਾ ਮੈਂ ਕੁਝ ਨਹੀਂ ਕਿਹਾ। ਕਹਿਣ ਲੱਗੇ ਮੇਰੇ ਪਾਪਾ ਝੂਠ ਬੋਲ ਰਹੇ ਹਨ। ਉਹ ਗੁੱਸੇ ਵਿੱਚ ਬਾਹਰ ਚਲੇ ਗਏ। ਮੈਂ ਉਹਨਾਂ ਨੂੰ ਬਹੁਤ ਫ਼ੋਨ ਕੀਤੇ, ਉਹਨਾਂ ਨੇ ਚੁੱਕਿਆ। ਮੈਂ ਵੀ ਬਾਰ-ਬਾਰ ਫ਼ੋਨ ਕਰੀ ਗਈ। ਮੇਰੇ ਘਰ ਵਾਲੇ ਨੇ ਗੁੱਸੇ ਵਿੱਚ ਕਿਹਾ ਕੀ ਗੱਲ ਹੈ? ਮੈਂ ਕਿਹਾ ਘਰ ਆ ਜਾਓ, ਮੈਂ ਪਾਪਾ ਤੋਂ ਮਾਫ਼ੀ ਮੰਗ ਲਵਾਂਗੀ। ਉਹ ਥੋੜ੍ਹੀ ਦੇਰ ਵਿੱਚ ਹੀ ਘਰ ਆ ਗਏ। ਅਗਲੀ ਸਵੇਰ ਅਸੀਂ ਰੋਜ਼ ਵਾਂਗ ਨਾਸ਼ਤਾ ਕੀਤਾ। ਮੇਰਾ ਘਰ ਵਾਲਾ ਆਪਣੇ ਕੰਮ 'ਤੇ ਚਲਾ ਗਿਆ। ਮੈਂ ਘਰ ਦਾ ਕੰਮ ਕੀਤਾ ਤੇ ਆਪਣੇ ਕਮਰੇ ਵਿੱਚ ਉਹੀ ਸਾਰੀਆਂ ਗੱਲਾਂ ਸੋਚ ਰਹੀ ਸੀ ਜੋ ਪਿਛਲੇ ਕੁਝ ਦਿਨਾਂ 'ਚ ਪਾਪਾ ਨੇ ਮੇਰੇ ਨਾਲ ਕੀਤੀਆਂ। ਸ਼ਾਮ ਹੋ ਗਈ, ਸਾਰੇ ਖਾਣਾ ਖਾ ਚੁੱਕੇ ਸੀ। ਸਾਰੇ ਬੈਠੇ ਤਾਂ ਮੈਂ ਜਾਣ-ਬੁੱਝ ਕੇ ਆਪਣੀ ਐਲਰਜੀ ਦੀ ਗੱਲ ਕੀਤੀ ਤੇ ਪਾਪਾ ਇੱਕਦਮ ਬੋਲੇ, ਤੂੰ ਦਵਾਈ ਲਾ? ਮੈਂ ਕਿਹਾ ਹਾਂ ਪਾਪਾ ਲਾ ਰਹੀ ਹਾਂ। ਮੈਨੂੰ ਇਹੀ ਉਮੀਦ ਸੀ ਕਿ ਉਹ ਜ਼ਰੂਰ ਪੁੱਛਣਗੇ। ਮੈਂ ਆਪਣੇ ਕਮਰੇ ਵਿੱਚ ਆਈ ਤੇ ਬਾਥਰੂਮ ਵਿੱਚ ਗਈ। ਪਾਪਾ ਮੇਰੇ ਪਿੱਛੇ ਹੀ ਆ ਗਏ ਫ਼ੋਨ ਚਾਰਜ 'ਤੇ ਲਾਉਣ ਲਈ। ਮੈਂ ਬਿਨਾਂ ਦਵਾਈ ਲਾਏ ਬਾਹਰ ਆਈ ਤੇ ਆਪਣੇ ਸਹੁਰੇ ਦਾ ਫ਼ੋਨ ਚੈੱਕ ਕੀਤਾ। ਜਦੋਂ ਮੈਂ ਗੈਲਰੀ ਵਿੱਚ ਵੀਡੀਓ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਮੈਂ ਆਪਣੀ ਸੱਸ ਦੇ ਕਮਰੇ ਵਿੱਚ ਗਈ, ਜਿੱਥੇ ਮੇਰਾ ਘਰ ਵਾਲਾ ਤੇ ਸਹੁਰਾ ਵੀ ਉੱਥੇ ਹੀ ਸੀ। ਮੇਰੇ ਸਹੁਰੇ ਦਾ ਰੰਗ ਫਿੱਕਾ ਪੈ ਗਿਆ। ਮੈਨੂੰ ਬੋਲੇ ਕਿ ਮੇਰਾ ਫ਼ੋਨ ਤੇਰੇ ਹੱਥ ਵਿੱਚ ਕੀ ਕਰਦਾ? ਮੇਰੇ ਤੋਂ ਫ਼ੋਨ ਮੰਗਣ ਲੱਗੇ, ਮੈਂ ਨਹੀਂ ਦਿੱਤਾ। ਮੇਰੇ ਘਰ ਵਾਲੇ ਨੇ ਕਿਹਾ ਕਿ ਇਹ ਕੀ ਚੱਲ ਰਿਹਾ ਹੈ? ਮੈਂ ਕਿਹਾ ਮੈਂ ਦੱਸਦੀ ਹਾਂ, ਇਹ ਦੇਖੋ। ਮੈਂ ਵੀਡੀਓ ਖੋਲ੍ਹ ਕੇ ਆਪਣੇ ਘਰ ਵਾਲੇ ਨੂੰ ਦਿਖਾਈ। ਉਹ ਵੀਡੀਓ ਦੇਖ ਕੇ ਕਹਿਣ ਲੱਗੇ ਪਾਪਾ ਇਹ ਕੀ ਹੈ? ਤੁਹਾਨੂੰ ਸ਼ਰਮ ਨਹੀਂ ਆਈ? ਮੇਰੀ ਘਰਵਾਲੀ ਹੈ ਤੇ ਤੁਹਾਡੀ ਧੀਆਂ ਵਰਗੀ ਹੈ। ਇਹ ਕੀ ਕੀਤਾ ਤੁਸੀਂ? ਮੇਰਾ ਸਹੁਰਾ ਡਰ ਨਾਲ ਕੰਬਣ ਲੱਗਾ। ਮੇਰੇ ਤੋਂ ਤੇ ਮੇਰੇ ਘਰਵਾਲੇ ਤੋਂ ਮਾਫ਼ੀ ਮੰਗਣ ਲੱਗਾ। ਫਿਰ ਕਹਿਣ ਲੱਗਾ ਕਿ ਮੈਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ। ਮੈਂ ਆਪਣੇ ਮੁੰਡੇ ਲਈ ਕੋਈ ਹੋਰ ਕੁੜੀ ਵੇਖੀ ਸੀ, ਪਰ ਤੇਰੀ ਸੱਸ ਆਪਣੀ ਰਿਸ਼ਤੇਦਾਰੀ ਵਿੱਚੋਂ ਕੁੜੀ ਤੈਨੂੰ ਪਸੰਦ ਕਰ ਆਈ ਤੇ ਵਿਆਹ ਕਰ ਦਿੱਤਾ। ਮੈਂ ਜਾਣ-ਬੁੱਝ ਕੇ ਇਸ ਨੂੰ ਐਲਰਜੀ ਵਾਲਾ ਫਲ ਖਵਾ ਦਿੱਤਾ ਤੇ ਡਾਕਟਰ ਕੋਲ ਲੈ ਕੇ ਗਿਆ, ਜੋ ਮੇਰਾ ਹੀ ਦੋਸਤ ਹੈ। ਉਸ ਨੇ ਇਸ ਦੀ ਦਵਾਈ ਵਿੱਚ ਇੱਕ ਐਸੀ ਬੂਟੀ ਮਿਲਾ ਦਿੱਤੀ ਜਿਸ ਨਾਲ ਇਹ ਬਾਂਝ ਹੋ ਜਾਵੇ ਤੇ ਤੂੰ ਇਸ ਨੂੰ ਤਲਾਕ ਦੇ ਦੇਵੇਂ। ਮੇਰਾ ਘਰ ਵਾਲਾ ਮੇਰੇ ਤੋਂ ਮਾਫ਼ੀ ਮੰਗਣ ਲੱਗਾ। ਉਹਨਾਂ ਨੇ ਮੇਰੇ ਸਹੁਰੇ ਨੂੰ ਬੁਲਾਉਣਾ ਛੱਡ ਦਿੱਤਾ। ਹੁਣ 7 ਸਾਲ ਹੋ ਗਏ, ਸਾਡੇ ਕੋਈ ਬੱਚਾ ਨਹੀਂ ਹੈ। ਸਾਡੇ ਦਿਲ ਵਿੱਚ ਕਿਤੇ ਨਾ ਕਿਤੇ ਬੱਚੇ ਦੀ ਕਮੀ ਰੜਕਦੀ ਹੈ। ਕਿੱਦਾਂ ਇੱਕ ਪਿਓ ਨੇ ਆਪਣੇ ਪੁੱਤ ਦੀਆਂ ਸਾਰੀਆਂ ਖੁਸ਼ੀਆਂ ਆਪਣੇ ਹੱਥੀਂ ਖੋਹ ਲਿੱਤੀਆਂ।
ਹਾਂਜੀ ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਕਹਾਣੀ ਚੰਗੀ ਲੱਗੀ, ਕਹਾਣੀ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਫੇਰ ਮਿਲਾਂਗੇ ਇੱਕ ਨਵੀਂ ਤੋਂ ਨਵੀਂ ਕਹਾਣੀ ਲੈ ਕੇ। ਤਦ ਤੱਕ ਲਈ ਆਪਣਾ ਤੇ ਆਪਣੇ ਦਾ ਧਿਆਨ ਰੱਖੋ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ।